ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਦਇਆ ਸਦਕਾ ਸਤ ਸੰਗਤ ਦੀਆਂ ਘੜੀਆਂ ਦਾ ਇਹ ਸੁਖ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਆਪ ਲਾਹਾ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੇ ਸਤਿਯੁਗੀ ਤਪੋ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਪ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਰਹੇ ਹੋ। ਗਰੀਬ ਨਵਾਜ ਜੀ ਦੇ ਇਸ ਮਹਾਨ ਪਵਿੱਤਰ ਸਥਾਨ ਤੇ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਜੋ ਮਰਿਆਦਾ ਅਨੁਸਾਰ ਚੱਲਦੀ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਰਾਏ ਬਲਵੰਡ ਤੇ ਰਾਏ ਸੱਤਾ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰ ਸਤਿਗੁਰਾਂ ਜੀ ਦਾ ਜਸ ਕਹਿ ਰਹੇ ਹੈ। ਪਿਛਲੀਆਂ ਪੌੜੀਆਂ ਦੇ ਅੰਦਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਆਇਆ। ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਕਿਹਾ। ਇਹ 5 ਪੌੜੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਦੇ ਜਸ ਦੀਆਂ ਕਹੀਆਂ ਨੇ। ਫਿਰ 6ਵੀਂ ਪੌੜੀ ਵਿੱਚ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਜਸ ਕਿਹਾ ਰਾਏ ਬਲਵੰਡ ਤੇ ਰਾਏ ਸੱਤਾ ਜੀ ਨੇ। ਅੱਜ 7ਵੀਂ ਪੌੜੀ ਹੈ ਜਿਹਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਜਸ ਰਾਏ ਬਲਵੰਡ ਜੀ ਤੇ ਰਾਏ ਸੱਤਾ ਜੀ ਕਥਨ ਕਰ ਰਹੇ ਨੇ। ਆਓ ਆਪਣੀਆਂ ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜਸ ਰੂਪੀ ਅੰਮ੍ਰਿਤ ਨੂੰ ਆਪਣੇ ਕੰਨਾਂ ਰੂਪੀ ਟੂਨਿਆਂ ਵਿੱਚ ਪਾ ਕਰਕੇ ਪ੍ਰੀਤ ਰੂਪੀ ਰਸਨਾ ਨਾਲ ਛਕਦੇ ਹੋਏ ਨਿਹਾਲ ਹੋਈਏ। ਮਹਾਰਾਜ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਰਾਮਦਾਸ ਗੁਰ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੀ ਇਹ ਪੌੜੀ ਰਾਏ ਬਲਵੰਡ ਤੇ ਰਾਏ ਸੱਤਾ ਜੀ ਆਰੰਭਦੇ ਹੋਏ ਕਹਿੰਦੇ ਨੇ, ਇਹ ਸੱਚੇ ਪਾਤਸ਼ਾਹ ਆਪ ਜੀ ਮਨ ਕਰਕੇ ਵੀ ਤੇ ਬਾਣੀ ਕਰਕੇ ਵੀ ਸਤਿਗੁਰੂ ਧੰਨ ਹੋ, ਸਰੀਰ ਕਰਕੇ ਵੀ ਸੱਚੇ ਪਾਤਸ਼ਾਹ ਆਪ ਜੀ ਧੰਨ ਹੋ। ਜਦੋਂ ਸਾਡੇ ਕੋਲ ਸਿਫਤ ਦੇ ਸ਼ਬਦ ਮੁੱਕ ਜਾਣ ਨਾ, ਉਦੋਂ ਫਿਰ ਧੰਨਤਾ ਦੇ ਯੋਗ ਇਹ ਸ਼ਬਦ ਕਹੀਦਾ ਹੈ। ਮਹਾਰਾਜ ਕੀ ਵਡਿਆਈ ਆਪ ਜੀ ਦੀ ਕਹਿ ਸਕਦੇ ਹਾਂ। ਆਪ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਐਸੀ ਭਾਵਨਾ ਨਾਲ ਸੇਵਾ ਕੀਤੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸੱਚੇ ਪਾਤਸ਼ਾਹ ਸਾਰਾ ਦਿਨ ਆਪ ਜੀ ਬੌਲੀ ਸਾਹਿਬ ਦੇ ਵਿੱਚੋਂ ਮਿੱਟੀ ਢੋਣ ਦੀ ਸੇਵਾ ਕਰਦੇ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਸੇਵਾ ਕਰਿਆ ਕਰਦੇ, ਕਈ ਵਾਰ ਹਾਸੇ ਨਾਲ ਗੁਰਸਿੱਖਾਂ ਨੇ ਟੋਕਰਾ ਜ਼ਿਆਦਾ ਭਰ ਦੇਣਾ, ਪਰ ਆਪ ਜੀ ਨੇ ਕਦੇ ਕਿਸੇ ਨੂੰ ਨਹੀਂ ਸੀ ਕਿਹਾ ਕਿ ਮਿੱਟੀ ਘੱਟ ਪਾਓ। ਜਿੰਨਾ ਵੀ ਭਰ ਕੇ ਚੁਕਾ ਦੇਣ ਓਨਾ ਹੀ ਟੋਕਰਾ ਚੱਕ ਕੇ ਆਪ ਜੀ ਨੇ ਸਤਿਗੁਰੂ ਜੀ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਕਰਦਿਆਂ ਬੌਲੀ ਸਾਹਿਬ ਦੀ ਸੇਵਾ ਕਰਨੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਰਾਤ ਰੁੱਤ ਦੇ ਅਨੁਸਾਰ ਸੇਵਾ ਵਿੱਚ ਹਾਜ਼ਰ ਰਹਿਣਾ।
ਗਰੀਬ ਨਵਾਜ ਸਤਿਗੁਰੂ ਨੂੰ ਜੇ ਗਰਮੀ ਹੈ ਤੇ ਪੱਖੇ ਦੀ ਸੇਵਾ ਕਰਨੀ, ਜੇ ਸਰਦੀ ਹੈ ਤੇ ਸਤਿਗੁਰੂ ਜੀ ਨੂੰ ਮੁੱਠੀ ਚਾਬੀ ਦੀ ਆਪ ਜੀ ਸੇਵਾ ਕਰਦੇ। ਭੱਟ ਕਹਿੰਦੇ ਨੇ ਸੇਵਾ ਕਰਤ ਨਾ ਛੋੜੇ ਉਪਾਸ। ਮਹਾਰਾਜ ਆਪ ਨੇ ਕਦੇ ਪਾਸਾ ਹੀ ਨਹੀਂ ਵੱਟਿਆ ਸੇਵਾ ਕਰਦਿਆਂ ਹੋਇਆਂ, ਇੰਨੀ ਸ਼ਰਧਾ ਨਾਲ ਸੇਵਾ ਕੀਤੀ। ਮਹਾਰਾਜ ਆਪ ਧੰਨ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਆਪ ਜੀ ਦੀ ਕਮਾਈ ਵੀ ਧੰਨ ਹੈ, ਆਪ ਜੀ ਦਾ ਅਵਤਾਰ ਧਾਰਨਾ ਵੀ ਧੰਨ ਹੈ ਸੱਚੇ ਪਾਤਸ਼ਾਹ। ਫਿਰ ਇਹ ਗਰੀਬ ਨਵਾਜ ਆਪ ਜੀ ਦੇ ਪਿਤਾ ਬਾਬਾ ਹਰਦਾਸ ਜੀ ਵੀ ਧੰਨਤਾ ਦੇ ਯੋਗ ਨੇ। ਆਪ ਜੀ ਦੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਵੀ ਧੰਨੀ ਹਨ ਸੱਚੇ ਪਾਤਸ਼ਾਹ। ਐਸੇ ਮਹਾਨ ਸਤਿਗੁਰੂ ਨੂੰ ਜਿਨ੍ਹਾਂ ਨੇ ਆਪਣੀ ਸ਼੍ਰੀ ਕੁੱਖ ਤੋਂ ਜਨਮ ਦਿੱਤਾ ਏ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਆ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਮਹਾਰਾਜ ਆਪ ਜੀ ਦੇ ਪਿਤਾ ਬਾਬਾ ਹਰਦਾਸ ਜੀ ਵੀ ਧੰਨ ਹਨ। ਆਪ ਜੀ ਦੀ ਸੋਢ ਵੰਸ਼ ਵੀ ਧੰਨ ਹੈ ਸੱਚੇ ਪਾਤਸ਼ਾਹ। ਸੋਢ ਵੰਸ਼ ਨੂੰ ਸੱਚੇ ਪਾਤਸ਼ਾਹ ਆਪ ਜੀ ਨੇ ਭਾਗ ਲਾਏ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸ਼ਬਦ ਬਚਿੱਤਰ ਨਾਟਕ ਦੇ ਅੰਦਰ ਕਹੇ ਨੇ, ਜਬ ਵਰਦਾਨ ਸਮੈ ਬਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਜਿਸ ਸਮੇਂ ਜਦੋਂ ਪੁਰਾਤਨ ਦਿੱਤਾ ਹੋਇਆ ਵਰਦਾਨ ਦਾ ਸਮਾਂ ਆਇਆ, ਜਿਸ ਸਮੇਂ ਵੇਦੀਆਂ ਦੀ ਵੰਸ਼ ਇਹ ਬਚਨ ਕਹਿ ਕਰਕੇ ਕਿ ਕਲਯੁਗ ਦਾ ਜਦੋਂ ਸਮਾਂ ਆਵੇਗਾ ਉਦੋਂ ਅਸੀਂ ਤੁਹਾਨੂੰ ਇਹ ਰਾਜ ਭਾਗ ਮੋੜ ਦਿਆਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਤਖਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪ੍ਰਾਪਤ ਹੋਇਆ। ਆਪ ਸੋਢੀਆਂ ਦੇ ਸਿਰਮੌਰ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਸੱਚੇ ਪਾਤਸ਼ਾਹ ਆਪ ਜੀ ਧੰਨ ਹੋ। ਕੇਵਲ ਇੰਨਾ ਹੀ ਸ਼ਬਦ ਅਸੀਂ ਆਪ ਦੀ ਵਡਿਆਈ ਵਿੱਚ ਕਹਿ ਸਕਦੇ ਹਾਂ, ਕਿਉਂਕਿ ਮਹਾਰਾਜ ਆਪ ਜੀ ਦੀ ਵਡਿਆਈ ਬੜੀ ਵੱਡੀ ਹੈ, ਸਾਡੀ ਰਸਨਾ ਬੜੀ ਛੋਟੀ ਹੈ ਸੱਚੇ ਪਾਤਸ਼ਾਹ। ਜਿਵੇਂ ਭੱਟ ਗੁਰੂ ਅਮਰਦਾਸ ਸਾਹਿਬ ਦਾ ਜਸ ਕਰਦੇ ਹੋਏ ਕਹਿ ਰਹੇ ਸਨ, ਕੱਲ ਦੀ ਜੋ ਉਪਦੇਸ਼ ਵਿੱਚ ਆ ਰਿਹਾ ਸੀ ਕਿ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰੂ ਰਾਮਦਾਸ ਕਉ ਮਿਲੀ ਵਡਾਈ। ਸੱਚੇ ਪਾਤਸ਼ਾਹ ਆਪ ਜੀ ਦੀ ਵੀ ਵਡਿਆਈ ਵੱਡੇ ਸਤਿਗੁਰਾਂ ਜੀ ਵਾਂਗ ਬੜੀ ਵੱਡੀ ਹੈ, ਬੜੀ ਮਹਾਨ ਹੈ। ਮਹਾਰਾਜ ਧੰਨ ਹਨ ਆਪ ਜੀ ਦੇ ਪਿਤਾ ਜੀ, ਧੰਨ ਹਨ ਆਪ ਜੀ ਦੇ ਮਾਤਾ ਜੀ, ਤੇ ਧੰਨ ਹੈ ਆਪ ਜੀ ਦੀ ਵੰਸ਼। हे ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਨੇ ਅਵਤਾਰ ਧਾਰ ਕੇ ਆਪਣੀ ਵੰਸ਼ ਨੂੰ ਵੀ ਧੰਨ ਬਣਾ ਦਿੱਤਾ। ਜਿਨ ਸਰਿਆ ਤਿਨਾ ਸਵਾਰਿਆ। ਜਿਸ ਪਰਮੇਸ਼ਰ ਨੇ ਸੰਸਾਰ ਨੂੰ ਸਿਰਜਿਆ ਨਾ, ਤੇ ਫਿਰ ਉਸ ਸੰਸਾਰ ਦੇ ਤਾਈਂ ਪਾਲਣਾ ਪੋਸ਼ਣਾ ਵੀ ਵਾਹਿਗੁਰੂ ਕਰ ਰਿਹਾ ਏ। ਆਪ ਉਹਦਾ ਸਰੂਪ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਆਪ ਉਹ ਨਿਰੰਕਾਰ ਹੋ ਜੋ ਸੰਸਾਰ ਦੀ ਪਾਲਣਾ ਵੀ ਕਰ ਰਿਹਾ ਹੈ ਤੇ ਸੰਸਾਰ ਨੂੰ ਪੈਦਾ ਵੀ ਕਰ ਰਿਹਾ ਹੈ। ਸੱਚੇ ਪਾਤਸ਼ਾਹ ਜੀ ਨੂੰ ਮਨੁੱਖ ਕਰਕੇ ਨਹੀਂ ਜਾਣਨਾ ਚਾਹੀਦਾ, ਮਾਨੁਖ ਕਾ ਕਰ ਰੂਪ ਨਾ ਜਾਣ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਰੀਰ ਦੇ ਅੰਦਰ ਸਤਿਗੁਰੂ ਜੀ ਆਏ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਸਿੱਖਾਂ ਨੇ ਨਿਰੰਕਾਰ ਕਰਕੇ ਵੇਖਿਆ ਨਾ, ਉਹਨਾਂ ਨੂੰ ਮੋਕਸ਼ ਦੀ ਦਾਤ ਪ੍ਰਾਪਤ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਸਰੀਰ ਕਰਕੇ ਮਨੁੱਖ ਕਰਕੇ ਨਹੀਂ ਜਾਣਨਾ ਚਾਹੀਦਾ। हे ਗਰੀਬ ਨਵਾਜ, ਜਿਨ ਸਿਰਿਆ ਤਿਨੈ ਸਵਾਰਿਆ। ਜਿਸ ਨਿਰੰਕਾਰ ਨੇ ਇਸ ਸੰਸਾਰ ਨੂੰ ਸਿਰਜਿਆ ਨਾ, ਗੁਰੂ ਅਮਰਦਾਸ ਸਾਹਿਬ ਰੂਪ ਹੋ ਕਰਕੇ, ਉਸ ਨਿਰੰਕਾਰ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੀ ਆਪ ਨੂੰ ਸਵਾਰਿਆ, ਗੁਰਤਾ ਦਾ ਤਖਤ ਦਿੱਤਾ ਹੈ। ਉਸ ਨਿਰੰਕਾਰ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੀ ਆਪ ਜੀ ਨੂੰ ਇਹ ਸਵਾਰਿਆ, ਵਡਿਆਈ ਦਿੱਤੀ ਹੈ। ਗਰੀਬ ਨਵਾਜ ਜੀ ਨੇ ਆਪਣੇ ਹੁੰਦਿਆਂ ਹੀ ਆਪਣੇ ਪੁੱਤਰਾਂ ਦੀ ਸਤਿਗੁਰੂ ਨੇ ਸਿੱਖਾਂ ਦੀ ਪਰਖ ਕੀਤੀ ਸੀ।
ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਦਿਆਂ ਹੋਇਆਂ ਰਾਏ ਬਲਵੰਡ ਤੇ ਰਾਏ ਸੱਤਾ ਜੀ ਕਹਿ ਰਹੇ ਸਨ ਕਿ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਧੋਸ ਤਾਂ ਲਹਿਣਾ ਟਿੱਕੇ ਹੋਣ। ਸੱਚੇ ਪਾਤਸ਼ਾਹ ਆਪ ਨੇ ਸਿੱਖਾਂ ਨੂੰ ਵੀ ਅਤੇ ਆਪਣੇ ਪੁੱਤਰਾਂ ਨੂੰ ਵੀ ਸਭ ਨੂੰ ਘੋਖਿਆ ਸੀ, ਪਰਖਿਆ ਸੀ, ਤੇ ਜਦੋਂ ਸੋਧ ਕੇ ਵੇਖਿਆ ਤਾਂ ਫਿਰ ਉਸ ਸਮੇਂ ਆਪ ਜੀ ਦੇ ਸਾਹਮਣੇ ਕੇਵਲ ਪਾਵਨ ਸ਼੍ਰੀ ਲਹਿਣਾ ਜੀ ਹੀ ਟਿਕੇ ਸੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੀ ਸਨਮੁਖ ਹੋਏ ਸੀ। ਇਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਪਰਖਿਆ। ਜਦੋਂ ਸਾਖੀ ਆਪ ਨੇ ਸੁਣੀ, ਮੈਂ ਵਿਸਥਾਰ ਨਹੀਂ ਕਰਾਂਗਾ। ਥੜੇ ਸਾਹਿਬ ਬਣਾਉਣ ਵਾਸਤੇ ਸਤਿਗੁਰੂ ਨੇ ਆਗਿਆ ਦਿੱਤੀ ਸੀ ਤੇ ਰੋਜ਼ ਥੜੇ ਬਣਾਉਂਦੇ, ਸ਼ਾਮ ਨੂੰ ਸਤਿਗੁਰੂ ਜੀ ਟਵਾ ਦਿੰਦੇ। ਬਾਬਾ ਮੋਹਨ ਜੀ, ਭਾਈ ਰਾਮਾ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 3 ਦਿਨ ਹੋ ਗਏ ਲਗਾਤਾਰ ਰੋਜ਼ ਸ਼ਾਮ ਨੂੰ ਸਤਿਗੁਰੂ ਥੜੇ ਟਵਾ ਦਿੰਦੇ, ਇਹ ਕਹਿ ਕੇ ਕਿ ਠੀਕ ਨਹੀਂ ਬਣੇ। ਜਦੋਂ ਤੀਸਰਾ ਦਿਨ ਹੋਇਆ ਤੇ ਬਾਬਾ ਮੋਹਨ ਜੀ ਪਿਤਾ ਜੀ ਦੀ ਆਗਿਆ ਤੋਂ ਇਨਕਾਰੀ ਹੋ ਗਏ ਸੀ ਕਿ ਬੜਾ ਮਿਹਨਤ ਕਰਕੇ ਥੜਾ ਬਣਾਇਆ ਏ, ਮੈਂ ਇਸ ਨੂੰ ਹੁਣ ਨਹੀਂ ਢਾਵਾਂਗਾ। ਫਿਰ ਭਾਈ ਰਾਮਾ ਜੀ ਦੇ ਤਾਈਂ ਹੁਕਮ ਹੋਇਆ। ਉਹਨਾਂ ਨੇ ਬਾਹਰੋਂ ਤਾਂ ਜਿਹੜੀ ਆਗਿਆ ਨਹੀਂ ਅਦੂਲੀ, ਪਰ ਮਨ ਵਿੱਚ ਹੀ ਖਿਆਲ ਕੀਤਾ ਕਿ ਗੁਰੂ ਸਾਹਿਬ ਦੀ ਉਮਰ ਵਡੇਰੀ ਹੋ ਗਈ ਲੱਗਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਥੜਾ ਪਸੰਦ ਹੀ ਨਹੀਂ ਆ ਰਿਹਾ, ਮਨ ਕਰਕੇ ਸਤਿਗੁਰੂ ਦੇ ਅਨੁਸਾਰੀ ਨਾ ਰਹੇ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਵੀ ਮਹਾਰਾਜ ਨੇ ਜਦੋਂ ਤੀਸਰੇ ਦਿਨ ਕਿਹਾ ਕਿ ਭਾਈ ਪੁਰਖਾ ਇਹ ਥੜਾ ਠੀਕ ਨਹੀਂ ਬਣਿਆ, ਢਾ ਦਿਓ ਇਸ ਨੂੰ, ਤੇ ਮਹਾਰਾਜ ਥੜਾ ਢਾਉਣ ਲੱਗ ਪਏ 7 ਬਚਨ ਕਹਿ ਕੇ। ਨਾਲ ਹੀ ਸਤਿਗੁਰੂ ਜੀ ਨੇ ਗਲ ਵਿੱਚ ਪੱਲਾ ਪਾ ਅਰਦਾਸ ਕੀਤੀ, ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਉਹ ਮੱਤ ਵੀ ਦਿਓ, ਅਕਲ ਵੀ ਦਿਓ, ਜਿਹੋ ਜਿਹਾ ਥੜਾ ਆਪ ਜੀ ਮੇਰੇ ਕੋਲੋਂ ਬਣਵਾਉਣਾ ਚਾਹੁੰਦੇ ਹੋ, ਮੈਨੂੰ ਉਹੋ ਜੀ ਮੱਤ ਦਿਓ, ਮੈਨੂੰ ਮਾਫ ਕਰ ਦਿਓ ਮਹਾਰਾਜ, ਮੈਂ ਤੁਹਾਡਾ ਸਮਾਂ ਖਰਾਬ ਕੀਤਾ। 3 ਦਿਨ ਮੈਥੋਂ ਚੰਗਾ ਥੜਾ ਨਹੀਂ ਬਣਿਆ ਜਿਹੋ ਜੀ ਆਪ ਚੰਗਾ ਥੜਾ ਬਣਵਾਉਣਾ ਚਾਹੁੰਦੇ ਸੀ। ਮਹਾਰਾਜ ਮੈਨੂੰ ਸੋਝੀ ਦਿਓ, ਮੈਂ ਆਪ ਦਾ ਸਮਾਂ ਨਾ ਖਰਾਬ ਕਰਾਂ ਤੇ ਚੰਗਾ ਥੜਾ ਬਣਾ ਸਕਾਂ। ਸਤਿਗੁਰੂ ਜੀ ਨੇ ਉਸੇ ਸਮੇਂ ਆਪਣੇ ਕੰਠ ਲਾ ਕਿਹਾ ਸੀ ਕਿ ਭਾਈ ਪੁਰਖਾ, ਅਸੀਂ ਇਹਨਾਂ ਮਿੱਟੀ ਦੇ ਬਣੇ ਥੜਿਆਂ ਤੇ ਨਹੀਂ ਬਹਿਣਾ, ਅਸੀਂ ਤਾਂ ਪਿਆਰ ਦੇ ਤਖਤੇ ਤੇ ਬਹਿਣਾ ਜਿਹੜਾ ਤੇਰੇ ਅੰਦਰ ਬਣ ਚੁੱਕਾ ਹੈ। ਇਹ ਬਖਸ਼ਿਸ਼ ਭਰੇ ਬਚਨ ਸਤਿਗੁਰੂ ਜੀ ਨੇ ਕਹੇ ਸੀ। ਮਹਾਰਾਜ ਜਿਸ ਨਿਰੰਕਾਰ ਸਰੂਪ ਗੁਰੂ ਅਮਰਦਾਸ ਸਾਹਿਬ ਨੇ ਸੰਸਾਰ ਨੂੰ ਸਿਰਜਿਆ ਨਾ, ਉਹਨਾਂ ਨੇ ਆਪ ਨੂੰ ਵੀ ਸਿਰਜਣਾ ਕੀਤਾ ਹੈ, ਤੇ ਫਿਰ ਮਹਾਰਾਜ ਉਹਨਾਂ ਨੇ ਗੁਰਤਾ ਗੱਦੀ ਦਾ ਤਖਤ ਦੇ ਕੇ ਆਪ ਨੂੰ ਸਵਾਰਿਆ ਹੈ, ਵਡਿਆਇਆ ਹੈ, ਇਹ ਮਾਣ ਦਿੱਤਾ ਹੈ। ਪੂਰੀ ਹੋਈ ਕਰਾਮਾਤ ਸੱਚੇ ਪਾਤਸ਼ਾਹ ਆਪ ਕਰਾਮਾਤ ਸ਼ਕਤੀ ਕਰਕੇ ਪੂਰੇ ਉਹ ਭਰੇ ਹੋਏ। ਜਿਹੜੀ ਸ਼ਕਤੀ ਗੁਰੂ ਨਾਨਕ ਸਾਹਿਬ ਦੇ ਅੰਦਰ ਵਰਤਦੀ ਸੀ ਨਾ, ਉਹ ਹੀ ਸ਼ਕਤੀ ਆਪ ਵਿੱਚ ਵਰਤ ਰਹੀ ਹੈ ਸੱਚੇ ਪਾਤਸ਼ਾਹ। ਜਿਹੜੀ ਸ਼ਕਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਵਿੱਚ ਵਰਤਦੀ ਸੀ, ਉਸੇ ਹੀ ਕਰਾਮਾਤ ਸ਼ਕਤੀ ਕਰਕੇ ਆਪ ਪਰਿਪੂਰਨ ਹੋ, ਭਰੇ ਹੋਏ ਹੋ। ਜੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਆਪ ਜੀ ਦੀ ਸ਼ਕਤੀ ਨੂੰ ਪਰਖਣਾ ਚਾਹਿਆ, ਸੰਕਲਪ ਕੀਤਾ, ਦਰਸ਼ਨ ਕਰਨ ਲਈ ਆਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿ ਸਾਡੇ ਪਿਤਾ ਗੁਰੂ ਜੀ ਦੀ ਗੱਦੀ ਤੇ ਬੈਠੇ ਨੇ, ਵੇਖੀਏ ਇਹਨਾਂ ਵਿੱਚ ਪਿਤਾ ਜੀ ਵਾਲੀ ਨਿਮਰਤਾ ਹੈਗੀ। ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾ ਵਿਅੰਗ ਨਾਲ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਦਾੜਾ ਬਹੁਤ ਲੰਮਾ ਹੋਇਆ ਸੱਚੇ ਪਾਤਸ਼ਾਹ ਜੀ ਦਾ। ਤਾਂ ਲੰਮੇ ਦਾੜੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਮਹਾਰਾਜ ਆਪ ਨੇ ਇੰਨਾ ਦਾੜਾ ਲੰਮਾ ਕਿਉਂ ਵਧਾਇਆ ਏ। ਤੇ ਸਤਿਗੁਰੂ ਜੀ ਨੇ ਆਪਣੇ ਖੱਬੇ ਹੱਥ ਵਿੱਚ ਆਪਣਾ ਦਾੜਾ ਪਕੜਿਆ ਤੇ ਸੱਜਾ ਹੱਥ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਵੱਲ ਵਧਾ ਕਰਕੇ ਕਿਹਾ ਕਿ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਝਾੜਨ ਵਾਸਤੇ ਵਧਾਇਆ ਹੋਇਆ। ਇੰਨੀ ਨਿਮਰਤਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਤਰਬਕ ਗਏ, ਹੱਥ ਜੋੜ ਲਏ, ਮਹਾਰਾਜ ਭੁੱਲ ਹੋ ਗਈ, ਮਾਫ ਕਰ ਦਿਓ ਸੱਚੇ ਪਾਤਸ਼ਾਹ। ਹੀਆ ਕਰ ਲਿਆ ਆਪ ਜੀ ਦੀ ਅਵਸਥਾ ਵੇਖਣ ਵਾਸਤੇ, ਆਪ ਜੀ ਦੀ ਸ਼ਕਤੀ ਪਰਖਣ ਵਾਸਤੇ। ਅਸੀਂ ਤਾਂ ਇਹ ਸੋਚ ਰਹੇ ਸਾਂ ਕਿ ਵੇਖੀਏ ਪਿਤਾ ਜੀ ਵਾਲੀ ਨਿਮਰਤਾ ਹੈ। ਮਹਾਰਾਜ ਠੀਕ ਆਪ ਹੀ ਗੁਰਤਾ ਦੇ ਮਾਲਕ ਹੋ ਮਹਾਰਾਜ,
ਆਪ ਜੀ ਨੂੰ ਹੀ ਇਹ ਨਿਮਰਤਾ ਤੇ ਸ਼ਕਤੀ ਬਣ ਆਉਂਦੀ ਹੈ। ਪੂਰੀ ਹੋਈ ਕਰਾਮਾਤ, ਆਪ ਕਰਾਮਾਤਾਂ ਸ਼ਕਤੀਆਂ ਕਰਕੇ ਮਹਾਰਾਜ ਭਰੇ ਹੋਏ ਹੋ, ਪਰ ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰ ਕੇ ਰੱਖਿਆ ਸੱਚੇ ਪਾਤਸ਼ਾਹ। ਇਤਿਹਾਸ ਜ਼ਿਕਰ ਕਰਦਾ ਏ ਕਿ ਮਹਾਰਾਜ ਜਦੋਂ ਤਖਤ ਤੇ ਬੈਠਿਆ ਕਰਦੇ, ਆਪ ਜੀ ਦੀ ਇੰਨੀ ਬਰਾਗ ਅਵਸਥਾ ਰਹਿੰਦੀ ਸੀ ਕਿ ਸੱਚੇ ਪਾਤਸ਼ਾਹ ਜੀ ਤਖਤ ਤੇ ਬੈਠਿਆਂ ਵੀ ਨੇਤਰਾਂ ਵਿੱਚੋਂ ਬਰਾਗ ਦਾ ਜਲ ਵਗਦਾ ਰਹਿੰਦਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਪੜ੍ਹੀਏ ਤੇ ਬੜੇ ਪ੍ਰੇਮ ਦੇ ਵੇਗ ਵਿੱਚ ਭਰੀ ਹੋਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਬਚਨ। ਸੱਚੇ ਪਾਤਸ਼ਾਹ ਕੀ ਮਹਿਮਾ ਕਹੀਏ ਆਪ ਜੀ ਦੀ। ਆਪ ਸਤਿਗੁਰਾਂ ਜੀ ਦੇ ਸਦਰਸ਼ ਹੋ, ਉਹ ਸ਼ਕਤੀ ਕਰਕੇ ਆਪ ਜੀ ਲਵਾਲਵ ਭਰੇ ਹੋਏ ਹੋ। ਆਪ ਸਿਰਜਣਹਾਰ ਤਾਰਿਆ, ਆਪ ਸਿਰਜਣਹਾਰ ਪਰਮਾਤਮਾ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਆਪਣੇ ਥਾਂ ਤੇ ਸਥਾਪਿਤ ਕੀਤਾ ਹੈ, ਧਾਰਨ ਕੀਤਾ ਹੈ। ਆਪ ਗੁਰੂ ਨਾਨਕ ਸਾਹਿਬ ਰੂਪ ਹੋ, ਕਿਉਂਕਿ ਸਾਧ ਸੰਗਤ ਜੀ ਬਾਣੀ ਕਹਿੰਦੀ ਹੈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੋਤ ਰੂਪ ਹੋ। ਸੱਚੇ ਪਾਤਸ਼ਾਹ ਸਿਰਜਣਹਾਰ ਪਰਮਾਤਮਾ ਨੇ ਆਪ ਜੀ ਨੂੰ ਆਪ ਚੌਥੇ ਸਰੂਪ ਦੇ ਅੰਦਰ ਸਥਾਪਿਤ ਕੀਤਾ ਹੈ। ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ, ਕਿਉਂਕਿ ਰਾਏ ਬਲਵੰਡ ਜੀ ਤੇ ਰਾਏ ਸੱਤਾ ਜੀ ਪਿੱਛੇ ਕਹਿ ਆਏ ਆ ਨਾ ਕਿ ਜੋਤ 오ਹਾ ਜੁਗਤ ਸਾਏ ਸਹਕਾਇਆ ਫੇਰ ਪਲਟੀਆ, ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਬਚਿੱਤਰ ਨਾਟਕ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭਾਈ ਗੁਰੂ ਸਾਹਿਬਾਂ ਨੂੰ ਇੱਕੋ ਰੂਪ ਕਰਕੇ ਜਾਣਨਾ ਚਾਹੀਦਾ ਹੈ। ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਉਹਨੂੰ ਮੋਕਸ਼ ਨਹੀਂ ਪ੍ਰਾਪਤ ਹੁੰਦਾ। ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨਾ ਜਾਣਨ ਤੋਂ ਮਹਾਰਾਜ ਕਹਿੰਦੇ ਸਿੱਧ ਹਾਥ ਨਾ ਆਈ, ਮੁਕਤੀ ਹੱਥ ਨਹੀਂ ਆਉਂਦੀ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਵੱਖ-ਵੱਖ ਕਰਕੇ ਜਾਣਿਆ, ਕਿਉਂਕਿ ਆਪਾਂ ਸਰੀਰ ਕਰਕੇ ਵੇਖਦੇ ਹਾਂ, ਸਰੀਰ ਕਰਕੇ ਸਾਨੂੰ ਮਹਾਰਾਜ ਵੱਖ-ਵੱਖ ਪਾਸਦੇ ਆ। ਪਰ ਜਦਾਂ ਕਿ ਆਪਣੀ ਬਿਰਤੀ ਸੂਖਸ਼ਮ ਕਰੀਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਚਿਰ ਸੇਵਾ ਕਰ ਰਹੇ ਹੈ, ਉਹਨਾਂ ਚਿਰ ਤਾਂ ਪਾਵਨ ਸ਼੍ਰੀ ਲਹਿਣਾ ਜੀ ਹਨ। ਗੁਰੂ ਕਦੋਂ ਬਣੇ ਐ? ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਧਰ ਦਿੱਤੀ ਹੈ। ਸਾਡਾ ਗੁਰੂ ਕੌਣ ਹੈ? ਜੋਤ। ਜਦੋਂ ਉਹੀ ਜੋਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਦੇ ਅੰਦਰ ਪ੍ਰਵੇਸ਼ ਹੋਈ ਹੈ, ਤੇ ਫਿਰ ਅਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨ ਕੇ ਨਮਸਕਾਰ ਕਰਦੇ ਹਾਂ। ਜਿਵੇਂ ਰਾਏ ਬਲਵੰਡ ਤੇ ਰਾਏ ਸੱਤਾ ਜੀ ਕਹਿ ਰਹੇ, ਗੁਰੂ ਨਾਨਕ ਸਾਹਿਬ ਦੀ ਉਹੀ ਜੋਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਹੋਈ। ਸਰੀਰ ਤਾਂ ਵੱਖਰੇ ਵੱਖਰੇ ਹਨ, ਪਰ ਜੋਤ ਉਹ ਹੈ। ਤੇ ਜੁਗਤ ਸਾਏ, ਜੁਗਤੀ ਵੀ ਉਹੋ ਹੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲੀ। ਜਦੋਂ ਗੁਰੂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਸ ਅਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ, ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ ਨਾ, ਉਸ ਸਮੇਂ ਸਤਿਗੁਰੂ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਧਰੀ ਹੈ, ਤੇ ਆਪਣੀ ਜੁਗਤ ਪੰਜ ਪਿਆਰੇ ਸਿੰਘ ਸਾਹਿਬ ਜੀ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਕਿਹਾ ਸਾਡਾ ਸਰੀਰ ਪੰਥ ਹੈ ਤੇ ਸਾਡੀ ਆਤਮਾ ਸ੍ਰੀ ਗੁਰੂ ਗ੍ਰੰਥ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਪਹਿਲੀ ਵਾਰ ਗੁਰੂ ਪੰਥ ਦੇ ਤਾਈਂ ਨਵਾਜਿਆ ਸੀ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ, ਜਦੋਂ ਆਪਣੀ ਸ਼ਾਹੀ ਜਗ੍ਹਾ ਤੇ ਕਲਗੀ ਸਜਾ ਕਰਕੇ ਭਾਈ ਸੰਗਤ ਸਿੰਘ ਸਾਹਿਬ ਜੀ ਦੇ ਸਮੇਤ ਪੰਜਾਂ ਸਿੰਘਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਸੀ। ਖਾਲਸੇ ਪੰਥ ਨੂੰ ਗੁਰਿਆਈ ਬਖਸ਼ਣ ਦਾ ਥਾਂ ਹੈ ਸ੍ਰੀ ਚਮਕੌਰ ਸਾਹਿਬ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੰਥ ਨੂੰ ਮਾਣ ਦਿੱਤਾ। ਇਸੇ ਕਰਕੇ ਬਚਨ ਕਹੇ ਆ
ਅੱਜ ਕੱਲ ਸਾਡੇ ਮਨਾਂ ਵਿੱਚ ਇਹ ਖਿਆਲ ਆਉਂਦਾ ਹੈ ਜੀ ਪੰਥ ਗੁਰੂ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਦੇ ਬਚਨ ਨੇ। ਜਦੋਂ ਆਪਾਂ ਸ਼੍ਰੀ ਸਰਬ ਲੋਕ ਗ੍ਰੰਥ ਪੜ੍ਹਦੇ ਆਂ ਤੇ ਮਹਾਰਾਜ ਕਹਿੰਦੇ ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਆਪਣਾ ਗੁਰੂ ਕਿਹਾ ਹੈ ਤੇ ਗੁਰੂ ਧਾਰ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹ ਸ਼ਬਦ ਆਪਾਂ ਤਾਂ ਹੀ ਪੜ੍ਹਦੇ ਆ ਨਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੰਨਾ ਆਪਣੇ ਪੰਥ ਨੂੰ ਵਡਿਆਇਆ ਹੈ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹ ਜੁਗਤੀ ਪੰਜ ਪਿਆਰੇ ਸਿੰਘ ਸਾਹਿਬ ਜੀ ਨੂੰ ਬਖਸ਼ੀ ਹੈ। ਪੰਜ ਪਿਆਰੇ ਸਿੰਘ ਸਾਹਿਬ ਦਾ ਗੁਰੂ ਜਿੰਨਾ ਰੁਤਬਾ ਹੈ, ਗੁਰੂ ਵਾਲਾ ਰੁਤਬਾ ਹੈ ਸਾਧ ਸੰਗਤ ਜੀ। ਕਿਉਂਕਿ ਆਪਾਂ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਪ੍ਰਾਪਤ ਕਰਦੇ ਹਾਂ। ਸਿੱਖਿਆ ਤੇ ਦੀਖਿਆ ਸਾਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਦਿੰਦੇ ਨੇ। ਉਹੀ ਜੋਤ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਰਤ ਰਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੀ ਉਹੀ ਜੁਗਤ ਪੰਜਾਂ ਪਿਆਰਿਆਂ ਦੇ ਵਿੱਚ ਵਰਤ ਰਹੀ ਹੈ। ਇਸ ਕਰਕੇ ਮਹਾਰਾਜ ਦੇ ਸ਼ਰੀਰਾਂ ਕਰਕੇ ਨਹੀਂ ਵੇਖਣਾ ਚਾਹੀਦਾ, ਕਿਉਂਕਿ ਅਸੀਂ ਤਾਂ ਉਸ ਅਕਾਲ ਦੇ ਪੁਜਾਰੀ ਹਾਂ, ਜੋਤ ਦੇ ਪੁਜਾਰੀ ਹਾਂ। ਮਹਾਰਾਜ ਨੇ ਕਿਹਾ ਨਾ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਅਸੀਂ ਉਸ ਜੋਤ ਦੇ ਪੁਜਾਰੀ ਹਾਂ ਜਿਸ ਜੋਤ ਕਰਕੇ ਸਭ ਥਾਵਾਂ ਤੇ ਚਾਨਣ ਹੋ ਰਿਹਾ, ਪ੍ਰਕਾਸ਼ ਹੋ ਰਿਹਾ। ਜਿਹੜੀ ਜੋਤ ਸਭ ਨੂੰ ਚਲਾ ਰਹੀ ਹੈ ਉਹੀ ਜੋਤ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਜਗਮਗ ਜੋਤ ਬਜਾਜ ਰਹੀ ਸ੍ਰੀ ਅਬਚਲ ਨਗਰ ਅਪਾਰ। ਸੱਚੇ ਪਾਤਸ਼ਾਹ ਜੀ ਦੀ ਉਹੀ ਜੋਤ ਇੱਥੇ ਸਾਧ ਸੰਗਤ ਜੀ, ਜਿਸ ਦੇ ਸਤਾ ਕਰਕੇ ਪ੍ਰਾਣੀ ਮਾਤਰ ਨੂੰ ਸੁੱਖ ਮਿਲਦਾ ਸਤਿਗੁਰੂ ਦੇ ਇਸ ਦਰਬਾਰ ਦੇ ਅੰਦਰ ਦਰਸ਼ਨ ਕਰਕੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਹੋਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੂਰਵਜ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਚੌਥੇ ਮਾਲਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਸਿਰਜਣਹਾਰ ਪਰਮਾਤਮਾ ਦਾ ਸਵਰੂਪ ਹੋ ਤੇ ਸਿਰਜਣਹਾਰ ਪਰਮਾਤਮਾ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਤਖਤ ਦੇ ਉੱਤੇ ਸਥਾਪਿਤ ਕੀਤਾ ਹੈ। ਸੱਚੇ ਪਾਤਸ਼ਾਹ ਆਪ ਜੀ ਨੇ ਇਸ ਸ਼ਕਤੀ ਨੂੰ ਧਾਰਨ ਕੀਤਾ ਸੇਵਾ ਕਰਕੇ। ਸਿੱਖੀ ਅਤਾ ਸੰਗਤੀ, ਮਹਾਰਾਜ ਸਾਰਿਆਂ ਸਿੱਖਾਂ ਨੇ ਅਤੇ ਸਾਰੀ ਸੰਗਤ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਆਪ ਜੀ ਨੂੰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜਾਣ ਕਰਕੇ ਨਮਸਕਾਰਿਆ ਹੈ। ਜਦੋਂ ਆਪ ਨੂੰ ਸਿੱਖ ਮੱਥਾ ਟੇਕਦੇ ਆ ਨਾ ਤੇ ਸਰੀਰ ਕਰਕੇ ਨਹੀਂ ਵੇਖਦੇ, ਕੇਵਲ ਆਪ ਜੀ ਨੂੰ ਨਿਰੰਕਾਰ ਰੂਪ ਜਾਣ ਕੇ ਮਸਤਕ ਟੇਕਦੇ ਨੇ ਸਿੱਖ। ਸ਼ਰਧਾ ਨਾਲ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਤੇ ਸੀਸ ਧਰਦੇ ਨੇ ਸਿੱਖ। ਸਾਧ ਸੰਗਤ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਪਵਿੱਤਰ ਅਸਥਾਨ ਦਾ ਨੀਂਹ ਪੱਥਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਰੋਵਰ ਦੇ ਰੂਪ ਵਿੱਚ ਰੱਖਿਆ। ਨਗਰ ਨੂੰ ਸਤਿਗੁਰੂ ਜੀ ਨੇ ਆਪ ਵਸਾਇਆ, ਭਾਵੇਂ ਕਿ ਉਸ ਪਵਿੱਤਰ ਅਸਥਾਨ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਕਾਲ ਅੰਦਰ ਰੱਖੀ ਗਈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦਾ ਉਹ ਪਵਿੱਤਰ ਅਸਥਾਨ ਬੜਾ ਅਦੁੱਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਅਸਥਾਨ ਜਿੱਥੇ ਸਾਧ ਸੰਗਤ ਜੀ ਕ੍ਰਿਸ਼ਮੇ ਤੇ ਕ੍ਰਿਸ਼ਮੇ ਵਰਤਦੇ ਹੀ ਰਹਿੰਦੇ ਆ। ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਾਂ, ਜਦੋਂ ਆਪ ਦਰਸ਼ਨੀ ਡਿਉੜੀ ਲੰਘਦੇ ਹੋ ਤਾਂ ਖੱਬੇ ਹੱਥ ਸਾਧ ਸੰਗਤ ਜੀ ਸੋਨੇ ਦੇ ਪੱਤਰੇ ਉੱਪਰ ਲੜੀਵਾਰ ਗੁਰਮੁਖੀ ਅੱਖਰ ਲਿਖੇ ਹੋਏ ਆ। ਉਹਦੇ ਉੱਤੇ ਉਹ ਸੰਨ, ਦਿਨ ਤੇ ਤਰੀਕ ਲਿਖੀ ਹੋਈ ਹੈ। ਅੰਮ੍ਰਿਤ ਵੇਲੇ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਸੀ ਕਿ ਪੂਰਬ ਦੀ ਬਾਹੀ ਤੋਂ ਬਹੁਤ ਰੌਸ਼ਨੀ ਦਾ ਗੋਲਾ ਇੱਕ ਅੰਦਰ ਪ੍ਰਵੇਸ਼ ਹੋਇਆ ਹਰਿਮੰਦਰ ਸਾਹਿਬ ਦੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹ ਰੌਸ਼ਨੀ ਦਾ ਗੋਲਾ ਫਟ ਗਿਆ। ਇੰਨੇ ਜ਼ੋਰ ਦੀ ਆਵਾਜ਼ ਆਈ, ਇਉਂ ਲੱਗਾ ਸੀ ਜਿਵੇਂ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਵੇ। ਅੰਦਰ ਬੈਠੇ ਪ੍ਰੇਮੀਆਂ ਨੇ ਸਭ ਨੇ ਸੁਣਿਆ, ਉੱਥੇ ਲਿਖਿਆ ਹੋਇਆ ਬਕਾਇਦਾ,
कि ਜਿਹੜੇ ਉਸ ਸਮੇਂ ਕੀਰਤਨ ਸੁਣ ਰਹੇ ਸੀ ਉਹਨਾਂ ਸਭ ਨੇ ਇਹ ਆਵਾਜ਼ ਸੁਣੀ ਤੇ ਫਟਣ ਤੋਂ ਬਾਅਦ ਫਿਰ ਉਹ ਗੋਲਾ ਇੱਕ ਲੀਕ ਦੇ ਰੂਪ ਵਿੱਚ, ਰੌਸ਼ਨੀ ਦੇ ਰੂਪ ਵਿੱਚ ਪੂਰਬ ਦੀ ਬਾਹੀ ਤੋਂ ਅਲੋਪ ਹੋ ਗਿਆ। ਤੇ ਜਦੋਂ ਉਹ ਆਵਾਜ਼ ਹੋਈ, ਆਵਾਜ਼ ਤਾਂ ਸੁਣਾਈ ਦਿੱਤੀ ਪਰ ਉਸ ਖੜਕੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹਦਾ ਦਰਸ਼ਨ ਕਰਕੇ ਪ੍ਰੇਮੀਆਂ ਨੂੰ ਸੁੱਖ ਮਿਲ ਰਿਹਾ ਸੀ। ਜਿਹੜਾ ਕੋਈ ਸਾਧ ਸੰਗਤ ਜੀ ਉਸ ਸਮੇਂ ਉਸ ਆਵਾਜ਼ ਨੂੰ ਸੁਣ ਰਿਹਾ ਸੀ ਉਹਨੂੰ ਵੀ ਸੁੱਖ ਮਿਲ ਰਿਹਾ ਸੀ। ਤੇ ਉੱਥੇ ਥੱਲੇ ਇਹ ਵੀ ਅੱਖਰ ਲਿਖੇ ਹੋਏ ਹੈ ਕਿ ਸਾਰੇ ਸ਼ਰਧਾਵਾਨ ਗੁਰਸਿੱਖ ਪ੍ਰੇਮੀ ਇਸ ਕੌਤਕ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਆਪਣਾ ਕੌਤਕ ਦੱਸਦੇ ਹਨ। ਇਹ ਉੱਥੇ ਅਚਰਜ ਕ੍ਰਿਸ਼ਮੇ ਹੁੰਦੇ ਆ ਜਿਨ੍ਹਾਂ ਨੂੰ ਸਾਡੀ ਬੁੱਧੀ ਤੋਲ ਨਹੀਂ ਸਕਦੀ, ਮਿਣ ਨਹੀਂ ਸਕਦੀ, ਅਸੀਂ ਵੇਖ ਨਹੀਂ ਸਕਦੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਰਾਏ ਬਲਵੰਡ ਤੇ ਰਾਏ ਸੱਤਾ ਜੀ ਕਹਿ ਰਹੇ ਹਨ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਮਹਾਰਾਜ ਸਿੱਖਾਂ ਨੇ, ਸਾਰੀ ਸੰਗਤ ਨੇ ਆਪ ਜੀ ਨੂੰ ਮਹਾਰਾਜ ਵਾਹਿਗੁਰੂ ਕਰਕੇ ਨਮਸਕਾਰਿਆ ਹੈ। ਪਰਮੇਸ਼ਰ ਦਾ ਰੂਪ ਜਾਣ ਕੇ ਸੱਚੇ ਪਾਤਸ਼ਾਹ ਆਪ ਜੀ ਨੂੰ ਸਿੱਖਾਂ ਨੇ ਨਮਸਕਾਰਾਂ ਕੀਤੀਆਂ ਨੇ ਤੇ ਕਰ ਰਹੇ ਨੇ ਤੇ ਕਰਨਗੇ। ਅਟਲ ਅਥਾਹ ਅਤੁਲ ਤੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਸਦਾ ਹੀ ਜੁਗੋ ਜੁਗ ਅਟਲ ਹੋ। ਹੁਣ ਸਰੀਰ ਦਾ ਸਾਧ ਸੰਗਤ ਜੀ ਨਹੀਂ ਰਹਿੰਦੇ ਤੇ ਪਰ ਗੁਰੂ ਰਾਮਦਾਸ ਸਾਹਿਬ ਤਾਂ ਸਰੀਰ ਕਰਕੇ ਨਹੀਂ ਹਨ। ਜੋਤ ਹੈ, ਜਦੋਂ ਸਤਿਗੁਰੂ ਦੇ ਅੰਦਰ ਆਈ ਤੇ ਜੋਤ ਗੁਰੂ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਨੇ। ਕਿਉਂਕਿ ਸ਼ਰੀਰਾਂ ਕਰਕੇ ਜੇ ਪੁੱਛੀਏ ਤੇ ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਫਿਰ ਤਾਂ ਸੰਸਾਰ ਸਥਿਰ ਨਹੀਂ ਹੈ ਪਰ ਮਹਾਰਾਜ ਜੋਤ ਰੂਪ ਹਨ। ਜੋਤ ਰੂਪ ਸਤਿਗੁਰੂ ਨੂੰ ਵੇਖਦਿਆਂ ਹੋਇਆਂ ਰਾਏ ਬਲਵੰਡ ਤੇ ਰਾਏ ਸੱਤਾ ਜੀ ਕਹਿੰਦੇ ਨੇ, ਅਟਲ ਅਥਾਹੋ ਅਤੋਲ ਤੂੰ। ਮਹਾਰਾਜ ਆਪ ਜੁਗੋ ਜੁਗ ਅਟਲ ਹੋ। ਤੇ ਫਿਰ ਮਹਾਰਾਜ ਆਪ ਜੀ ਅਥਾਹ ਹੋ, ਤੁਹਾਡੀ ਡੁੰਗਿਆਈ ਨੂੰ ਸੱਚੇ ਪਾਤਸ਼ਾਹ ਜੀ ਕੋਈ ਨਾਪ ਨਹੀਂ ਸਕਦਾ। ਅਟਲ ਅਥਾਹੋ ਅਤੋਲ ਤੂੰ। ਆਪ ਜੀ ਨੂੰ ਮਹਾਰਾਜ ਸ਼ਾਸਤਰ ਗਿਆਨ ਰੂਪੀ ਵੱਟੇ ਨਾਲ ਤੋਲਿਆ ਨਹੀਂ ਜਾ ਸਕਦਾ। ਬਿਰਤੀ ਰੂਪੀ ਛਾਬੇ ਵਿੱਚ ਪਾ ਕੇ ਸੱਚੇ ਪਾਤਸ਼ਾਹ ਆਪ ਦੀ ਸ਼ਕਤੀ ਨੂੰ ਤੋਲਿਆ ਨਹੀਂ ਜਾ ਸਕਦਾ। ਕੌਣ ਮਨੁੱਖੀ ਦਿਮਾਗ ਅੰਦਾਜ਼ਾ ਲਾ ਸਕਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਕਿੱਡੇ ਦਿਆਲੂ? ਲਾ ਸਕਦਾ ਕੋਈ ਅੰਦਾਜ਼ਾ? ਨਹੀਂ ਲਾਇਆ ਜਾ ਸਕਦਾ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਲਾਹੌਰ ਦੇ ਸਿੱਖਾਂ ਨੂੰ ਸਤਿਗੁਰੂ ਦੇ ਸਰਾਪ ਦੇ ਬਚਨ ਹੋ ਗਏ ਸੀ। ਬਾਣੀ ਵੀ ਜ਼ਿਕਰ ਕਰਦੀ ਹੈ, ਇਤਿਹਾਸ ਵੀ ਜ਼ਿਕਰ ਕਰਦਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੁਪਹਿਰ ਦੇ ਸਮੇਂ ਲਾਹੌਰ ਵਿੱਚੋਂ ਦੀ ਗੁਜ਼ਰ ਰਹੇ ਸੀ ਤੇ ਜਲਾਦ ਗਾਵਾਂ ਵੱਢ ਰਹੇ ਸੀ। ਉੱਥੇ ਬਹੁਤ ਜ਼ਿਆਦਾ ਗਾਵਾਂ ਦਾ ਕਤਲੇਆਮ ਵੇਖ ਕੇ ਸਤਿਗੁਰੂ ਨੇ ਸ਼ਬਦ ਕਹੇ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। 12 ਤੇ ਵਧੇਕ ਵਿੱਚ ਬਚਨ ਆਉਂਦੇ। ਇਹ ਸ਼ਬਦ ਸਤਿਗੁਰੂ ਜੀ ਨੇ ਕਹੇ। ਤੇ ਸਾਧ ਸੰਗਤ ਜੀ, ਇਤਿਹਾਸ ਹੈ, ਦਿਨ ਦੇ ਸਵਾ ਪੈਰ ਚੜ੍ਹਦਿਆਂ ਲਾਹੌਰ ਵਿੱਚ ਰੋਜ਼ ਕਤਲ ਹੋ ਜਾਂਦਾ ਸੀ। ਸਤਿਗੁਰੂ ਜੀ ਦੇ ਬਚਨ ਹੋਣੇ ਕਰਕੇ ਲਾਹੌਰੀਏ ਸਰਾਪੇ ਗਏ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਆ ਕਰਕੇ ਲਾਹੌਰ ਦੇ ਸਿੱਖਾਂ ਨੇ ਮਾਫੀ ਮੰਗੀ, ਮਹਾਰਾਜ ਸਾਨੂੰ ਮਾਫ ਕਰ ਦਿਓ। ਸਤਿਗੁਰੂ ਜੀ ਨੇ ਕਿਹਾ ਕਿ ਗੁਰਦੇਵ ਦੇ ਕਹੇ ਹੋਏ ਬਚਨ ਨੇ ਭਾਈ ਅਸੀਂ ਮੋੜ ਨਹੀਂ ਸਕਦੇ। ਤੇ ਸੱਚੇ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਖਤ ਤੇ ਬੈਠੇ ਆ, ਫਿਰ ਲਾਹੌਰੀ ਸਿੱਖ ਆਏ ਕਿ ਮਹਾਰਾਜ ਸਾਨੂੰ ਮਾਫ ਕਰ ਦਿਓ। ਤੇ ਫਿਰ ਸਾਧ ਸੰਗਤ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਹੁਣ ਸਾਡੇ ਚੌਥੇ ਸਰੂਪ ਦਾ ਅਵਤਾਰ ਹੀ ਲਾਹੌਰ ਵਿੱਚ ਹੋਣਾ, ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਲਾਹੌਰ ਗੁਰਦੁਆਰਾ ਚੂਨਾ ਮੰਡੀ ਸਾਹਿਬ ਵਿਖੇ ਹੋਇਆ। ਸਾਧ ਸੰਗਤ ਜੀ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਕੀ ਵਾਰ ਦੇ ਅੰਦਰ ਜ਼ਿਕਰ ਆਉਂਦਾ ਹੈ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ। ਮਹਾਰਾਜ ਨੇ ਫਿਰ ਵਿਚਾਰ ਕੀਤੀ, ਉਹੀ ਜੋਤ ਹੈ ਨਾ, ਸਤਿਗੁਰੂ ਦੀ ਮੌਜ ਹੈ। ਜਦੋਂ ਬਖਸ਼ਣਾ ਚਾਹਣ ਮਹਾਰਾਜ ਨੇ ਵੇਖਿਆ ਤੇ ਵਿਚਾਰਿਆ ਕਿ ਇਹਨਾਂ ਦੇ ਹੱਥ ਕੀ ਹੈ। ਵਿਚਾਰਿਆਂ ਦੇ ਕੋਈ ਵੀ ਹੱਥ ਨਹੀਂ। ਹੁਣ ਸਾਡੇ ਚੌਥੇ ਸਰੂਪ ਦਾ ਪ੍ਰਕਾਸ਼ ਉੱਥੇ ਹੋਣਾ ਹੈ ਤੇ ਸਾਨੂੰ ਲਾਹੌਰੀਏ ਬਖਸ਼ਣੇ ਪੈਣੇ। ਫਿਰ ਸਾਧ ਸੰਗਤ ਜੀ, ਗੌੜੀ ਕੀ ਵਾਰ ਜ਼ਿਕਰ ਕਰਦੀ ਹੈ, ਗੁਰ ਚੌਥੀ ਪੀੜ੍ਹੀ ਟਿਕਿਆ
ਸੱਚੇ ਪਾਤਸ਼ਾਹ ਜਦੋਂ ਚੌਥੀ ਥਾਂ ਤੇ ਚੌਥੇ ਰੂਪ ਵਿੱਚ ਸਤਿਗੁਰੂ ਤਖਤ ਤੇ ਬਿਰਾਜਮਾਨ ਹੋਏ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਿੰਦਕ, ਦੋਖੀ, ਦੁਸ਼ਟ ਸਭ ਤਾਰੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ